ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Welcome to the second session of the concept of ਗੁਰਦੁਆਰਾ topic, ਜਿਹੜਾ ਆਪਾਂ ਪਿਛਲੇ ਹਫਤੇ ਸ਼ੁਰੂ ਕੀਤਾ ਸੀ। ਉਹਦੇ ਵਿੱਚ ਅਸੀਂ ਲਾਸਟ ਵੀਕ ਆਪਾਂ ਸਿੱਖਿਆ ਸੀ ਗੁਰਦੁਆਰਾ ਦਾ ਮੀਨਿੰਗ। ਅਸੀਂ ਸਿੱਖਿਆ ਸੀ ਕਿ ਗੁਰਦੁਆਰਾ ਜਿਹੜਾ ਹੈ ਉਹ ਇਟਸ ਅ ਕੰਬੀਨੇਸ਼ਨ ਆਫ ਟੂ ਵਰਡਸ, ਗੁਰ ਐਂਡ ਦੁਆਰਾ। ਸੋ ਪਹਿਲਾ ਗੁਰ ਦਾ ਮੀਨਿੰਗ ਅਸੀਂ ਸਿੱਖਿਆ ਸੀ ਵਿਜ਼ਡਮ, ਨੌਲੇਜ, ਤੇ ਦੁਆਰਾ ਇਜ਼ ਡੋਰ ਔਰ ਐਂਟਰੈਂਸ। ਸੇ ਅਸੀਂ ਆਪਣੀ ਗੁੱਡ ਵੌਇਸ ਨਾਲ ਕਿਵੇਂ ਕਨੈਕਟ ਕਰਨਾ ਹੈ, ਉਹ ਅਸੀਂ ਨੌਲੇਜ ਲੈਣ ਵਾਸਤੇ ਗੁਰਦੁਆਰੇ ਜਾਂਦੇ ਹਾਂ। ਅਸੀਂ ਇਹ ਸਾਰਾ ਪਿਛਲੇ ਹਫਤੇ ਸਿੱਖਿਆ ਸੀਗਾ। ਐਂਡ ਦੈਨ ਵੀ ਆਲਸੋ ਲਰਨਡ ਦੈਟ ਵੈਨ ਵੀ ਆਰ ਐਟ ਗੁਰਦੁਆਰਾ we have to be in discipline to make sure ਕਿ ਅਸੀਂ ਫੋਕਸਡ ਹੈਗੇ ਹਾਂ, ਅਸੀਂ ਧਿਆਨ ਕਰ ਪਾ ਰਹੇ ਹਾਂ ਉੱਥੇ, ਆਪ ਵੀ ਸਮਝ ਰਹੇ ਹਾਂ ਔਰ we are not disturbing anybody else। ਤਾਂ ਜਿਹੜਾ ਉਸ ਤੋਂ ਬਾਅਦ ਆਪਣਾ ਸੈਕਿੰਡ ਪੁਆਇੰਟ ਸੀਗਾ, ਹੁਣ ਅੱਜ ਆਪਾਂ ਵੈਰੀ ਕੁਇਕਲੀ ਇਹਨੂੰ ਡਿਸਕਸ ਕਰਦੇ ਹਾਂ, ਫੋਕਸ, ਤੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਵੀ ਵਾਈ ਡੂ ਵੀ ਨੀਡ ਟੂ ਬੀ ਫੋਕਸਡ when we are at school or gurdwara? Is there anybody here who can tell me? Beer Singh ji, why do we have to be focused? ਜੇ ਤੁਸੀਂ ਫੋਕਸ ਨਹੀਂ ਹੁੰਦੇ ਹੋ ਦੈਨ ਤੁਹਾਨੂੰ ਕੁਝ ਆਏਗਾ ਨਹੀਂ। ਤੁਸੀਂ ਜਿਵੇਂ ਅਗਰ ਤੁਸੀਂ ਬੈਠ ਲਓ ਸਕੂਲ ਦੇ ਅੰਦਰ, ਗੁਰਦੁਆਰੇ ਦੇ ਅੰਦਰ, ਤੁਸੀਂ ਟਾਕ ਕਰਦੇ ਰਹਿੰਦੇ ਹੋ, ਬਾਹਰ ਅੰਦਰ ਜਾਂਦੇ ਹੋ, ਤੁਸੀਂ ਲਰਨ ਨਹੀਂ ਕਰਦੇ ਹੋ, ਤੁਸੀਂ ਫੋਕਸ ਨਹੀਂ ਹੁੰਦੇ ਜਿੱਥੇ ਤੁਸੀਂ ਬੈਠੇ ਹੋ। ਯੂ ਆਰ ਜਸਟ ਫੋਕਸ ਔਨ ਟਾਕਿੰਗ ਟੂ ਯੂਰ ਫਰੈਂਡਸ, ਪਲੇਇੰਗ ਐਂਡ ਬਾਅਦ ਜਦੋਂ ਟਾਈਮ ਆਏਗਾ ਸਕੂਲ ਦੇ ਅੰਦਰ ਜਾਂ ਤੁਸੀਂ ਜਦੋਂ ਕੀਰਤਨ ਤੋਂ ਟਾਈਮ ਐਂਡ ਹੁੰਦਾ ਹੈ, ਤੁਸੀਂ ਪਾਠ ਕਰਨ ਜਾਂਦੇ ਹੋ, ਪਾਠ ਦਾ ਟਾਈਮ ਹੁੰਦਾ ਹੈ ਔਰ ਤੁਸੀਂ ਸਾਰੇ ਲੰਗਰ ਖਾਣ ਤੋਂ ਪਾਠ ਨਹੀਂ ਸੁਣਦੇ ਹੋ, ਫਿਰ ਦਿਸ ਨੋ ਪੁਆਇੰਟ ਆਫ, ਉਹ ਤੁਸੀਂ ਫੋਕਸ ਨਹੀਂ ਕਰ ਰਹੇ ਹੋ ਨਾ, ਤੁਹਾਨੂੰ ਫਿਰ ਪਤਾ ਨਹੀਂ ਚੱਲਿਆ ਕਿ ਕੀ ਹੈ ਦਾ ਮੀਨਿੰਗ। ਯੂ ਡੋਨਟ ਨੋ ਵਾਟ ਇਟ ਇਜ਼। ਵੈਰੀ ਗੁੱਡ, ਵੈਰੀ ਗੁੱਡ, ਹੈ ਨਾ। ਆਪਾਂ ਇਹ ਪਹਿਲਾਂ ਬੱਚਿਆਂ ਨੇ ਐਗਜ਼ਾਮਪਲ ਦਿੱਤੀ ਸੀਗੀ, ਸੋ ਮੈਂ ਕੁਇਕਲੀ ਔਰ ਮੈਂ ਕੁਝ ਐਡ ਕਰ ਸਕਦਾ? ਹਾਂਜੀ ਬੇਟੇ। ਜਿਵੇਂ ਤੁਸੀਂ ਵੱਡੇ ਹੁੰਦੇ ਹੋ, ਓਨਲੀ ਇਟਸ ਲਾਈਕ ਜਿਵੇਂ ਤੁਸੀਂ ਕਦੀ ਬੈਰੀ ਕਰਦੇ ਹੋ, ਤੁਹਾਡੇ ਬੱਚੇ ਹੁੰਦੇ ਔਰ ਬੱਚੇ ਤੁਹਾਨੂੰ ਕੁਝ ਪੁੱਛੇਗੇ ਕਿ ਇਹਦਾ ਮੀਨਿੰਗ ਹੁੰਦਾ ਔਰ ਤੁਹਾਨੂੰ ਨਹੀਂ ਪਤਾ, ਤਾਂ ਤੁਸੀਂ ਕਿੱਦਾਂ ਰਿਸਪੌਂਸ ਕਰ ਪਾਓਗੇ? ਇਟਸ ਗੋਇੰਗ ਟੂ ਬੀ ਅ ਰੌਂਗ ਰਿਸਪੌਂਸ। ਉਹ ਉਹਨਾਂ ਨੂੰ ਵੀ ਲੱਗੇਗਾ ਕਿ ਪਤਾ ਨਹੀਂ ਕੀ ਇਹਦਾ ਆਨਸਰ ਹੈ। ਓਕੇ, ਸੋ ਸਾਡਾ ਜਿਹੜਾ ਧਿਆਨ ਹੈ ਉਹ ਆਪਣੀ ਸੈਲਫ ਇੰਪਰੂਵਮੈਂਟ ਵੱਲ ਹੋਣਾ ਚਾਹੀਦਾ ਹਮੇਸ਼ਾ। ਆਪਾਂ ਪਹਿਲਾਂ ਵੀ ਮੈਂ ਮੈਂਸ਼ਨ ਕੀਤਾ ਸੀਗਾ ਕਿ ਜਦੋਂ ਵੀ ਆਪਾਂ ਗੁਰਬਾਣੀ ਦੀ ਗੱਲ ਕਰਦੇ ਹਾਂ ਜਾਂ ਅਸੀਂ ਆਪਣੀ ਸਕੂਲ ਦੀ ਲਰਨਿੰਗ ਦੀ ਗੱਲ ਕਰਦੇ ਹਾਂ, ਲੈਟਸ ਟਰਾਈ ਟੂ ਕੀਪ ਆਵਰ ਫੋਕਸ ਔਨ ਆਵਰ ਸੈਲਫਸ। ਠੀਕ ਹੈ ਜੀ, ਅਸੀਂ ਕਿਸੇ ਹੋਰ ਦਾ ਐਗਜ਼ਾਮਪਲ ਨਹੀਂ ਲੈਂਦੇ ਕਦੇ ਵੀ, ਕਿਉਂਕਿ ਜਦੋਂ ਅਸੀਂ ਸਕੂਲ ਜਾਂਦੇ ਹਾਂ, ਤੁਸੀਂ ਡੂ ਯੂ ਰੀਅਲੀ ਫੋਕਸ ਔਨ ਸਮਬਡੀ ਐਲਸ ਕਿ ਵੀ ਉਹ ਬਾਕੀ ਬੱਚੇ ਕੀ ਸਟੱਡੀ ਕਰ ਰਹੇ ਨੇ, ਆਰ ਦੇ ਲਰਨਿੰਗ ਔਰ ਨਾਟ, ਜਾਂ ਉਹ ਜਿਹੜੀ ਹੋਰ ਕੋਈ ਟੀਚਰ ਜੇ ਕੋਈ ਪੜ੍ਹਾ ਰਹੀ ਹੈ ਤੁਹਾਨੂੰ, ਡੂ ਯੂ ਰੀਅਲੀ ਫੋਕਸ ਔਨ ਕਿ ਵੀ ਇਹ ਟੀਚਰ ਕਿੱਥੋਂ ਸਿੱਖ ਕੇ ਆਈ ਸੀਗੀ, ਟੀਚਰ ਨੇ ਆਪਣੇ ਪੇਰੈਂਟਸ ਕੋਲੋਂ ਸਿੱਖਿਆ ਸੀਗਾ, ਔਰ ਡੂ ਯੂ ਫੋਕਸ ਔਨ ਵਾਟ ਇਜ਼ ਬੀਂਗ ਟੌਟ ਇਨ ਯੋਰ ਕਲਾਸ ਐਂਡ ਟਰਾਈ ਟੂ ਲਰਨ ਸਮਥਿੰਗ ਫਰੋਮ ਇਟ, ਹੈ ਨਾ। ਇਹ ਜਿਹੜਾ ਕੁਐਸਚਨ ਹੈ ਯੂ ਨੀਡ ਟੂ ਆਸਕ ਯੋਰ ਸੈਲਫ ਆਲ ਦਾ ਟਾਈਮ ਕਿ ਮੇਰਾ ਫੋਕਸ ਇਜ਼ ਆਲਵੇਜ਼ ਔਨ ਮਾਈ ਓਨ ਸੈਲਫ ਇੰਪਰੂਵਮੈਂਟ। ਜੇ ਮੈਂ ਆਪ ਧਿਆਨ ਲਗਾ ਸਕਾਂਗਾ ਦੈਨ ਆਈ ਵਿਲ ਬੀ ਏਬਲ ਟੂ ਇੰਪਰੂਵ। ਸੋ ਇਟਸ ਨਾਟ ਕਿ ਵੀ ਮੈਨੂੰ ਉੱਥੇ ਜਾ ਕੇ ਸਕੂਲ ਦੇ ਵਿੱਚ ਆਈ ਨੀਡ ਟੂ ਥਿੰਕ ਟੂ ਫਾਰ ਇਨ ਦ ਫਿਊਚਰ ਔਰ ਇਨ ਦ ਪਾਸਟ। ਸੋ ਟਰਾਈ ਟੂ ਰਿਮੇਨ ਇਨ ਦੈਟ ਵੈਰੀ ਮੋਮੈਂਟ। ਉੱਥੇ ਅਸੀਂ ਆਪਣੇ ਵਾਸਤੇ ਸਿੱਖ ਰਹੇ ਹਾਂ, ਆਪਣੇ ਆਪ ਨੂੰ ਇੰਪਰੂਵ ਕਰ ਰਹੇ ਹਾਂ। ਮੇਰਾ ਬਿਹੇਵੀਅਰ ਠੀਕ ਹੋਏਗਾ ਜੇ ਮੈਂ ਗੁਰਦੁਆਰੇ ਜਾ ਕੇ ਫੋਕਸ ਕਰ ਪਾਵਾਂਗਾ। ਮੇਰਾ ਬਿਹੇਵੀਅਰ ਠੀਕ ਹੋਏਗਾ ਜੇ ਮੈਂ ਉਹ ਗੁਰਬਾਣੀ ਨੂੰ ਸਮਝ ਕੇ ਆਪਣੀ ਲਾਈਫ ਵਿੱਚ ਇੰਪਲੀਮੈਂਟ ਕਰ ਪਾਵਾਂਗਾ। ਸਿਮਿਲਰਲੀ ਜਦੋਂ ਸਕੂਲ ਵਿੱਚ ਹੈਗਾ ਤਾਂ ਜੇ ਮੈਂ ਉੱਥੇ ਫੋਕਸ ਕਰ ਪਾਣਾ, ਉਹ ਆਪਣੀ ਜੋ ਵੀ ਮੈਨੂੰ ਟੀਚਰ ਸਮਝਾ ਰਹੀ ਹੈ, ਜੇ ਮੈਂ ਉੱਥੇ ਧਿਆਨ ਲਗਾਣਾ ਤਾਂ ਮੈਂ ਹੀ ਆਪਣੇ ਸਬਜੈਕਟ ਦੇ ਵਿੱਚ ਕੰਫਰਟੇਬਲੀ ਅੱਗੇ ਵੱਧ ਸਕਦਾ। ਇਹ ਦੋਨੋਂ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਸਮਝਣੀਆਂ ਸਾਡੇ ਵਾਸਤੇ। ਹਾਂਜੀ ਵੀਰ ਸਿੰਘ ਜੀ। ਉਹਦਾ ਬੋਲ ਰਿਹਾ ਸੀਗਾ ਕਿ ਲਾਈਕ ਜਿਵੇਂ ਆਪਾਂ ਸਕੂਲ 'ਚ ਫੋਕਸ ਕਰਦੇ ਆ, ਜਿਵੇਂ ਅਸੀਂ ਫੋਕਸ ਕਰਦੇ ਆ ਸਕੂਲ ਦੇ ਅੰਦਰ, ਤਾਂ ਤੁਸੀਂ ਲਾਈਕ ਵੱਡੇ ਹੋ, ਜਦ ਤੁਸੀਂ ਵੱਡੇ ਹੋ ਕੇ ਤੁਸੀਂ ਪਾਸ ਕਰ ਸਕਦੇ ਹੋ ਲਾਈਕ ਆਪਣੇ ਟੈਸਟ ਅੱਛੇ ਔਰ ਅੱਛਾ ਰਿਜ਼ਲਟ ਆ ਸਕਦਾ ਤੁਹਾਨੂੰ,
और दूसरा तुसी अच्छे बंदे बन सकते, सक्सेसफुल इन लाइफ। हाँ जी, बिल्कुल ठीक है जी। You can be wealthy and really good. बिल्कुल ठीक है जी, ठीक है, वेरी गुड। ऑलराइट, ਓਕੇ ਜੀ, ਲੈਟਸ ਗੁੱਡ, ਵੈਰੀ ਗੁੱਡ। ਲੈਟਸ ਮੂਵ ਔਨ। ਆਪਾਂ ਆਪਣੇ ਚੱਲਦੇ ਹਾਂ, ਜਿਹੜਾ ਸਾਡਾ ਜਿਹੜਾ ਥਰਡ, ਉਸ ਤੋਂ ਬਾਅਦ ਕੀ ਸੀਗਾ? ਚਲੋ ਲੈਟਸ ਕੁਇਕਲੀ ਰੀਵਿਜ਼ਿਟ ਦਿਸ ਵਨ। ਹਾਂਜੀ ਫਤਿਹ ਸਿੰਘ ਜੀ, ਤੁਸੀਂ ਪੜ੍ਹ ਦੋਗੇ ਲਾਸਟ ਪੁਆਇੰਟ ਇਹ ਵਾਲਾ? Always make sure I have improved on my weak points. For example, if I am weak in math, I spend time with the math teacher. Similarly, if I listen to specific and bad words. to understand push, ego, greed, anger, strife, desire, attention. Should I focus on them to understand how to improve? ਵੈਰੀ ਗੁੱਡ, ਵੈਰੀ ਗੁੱਡ, ਗੁੱਡ ਮਨ ਫਤਿਹ ਸਿੰਘ ਜੀ, ਠੀਕ ਹੈ ਨਾ। ਹੁਣ ਦੇਖੋ ਅਸੀਂ, ਸਾਡਾ ਧਿਆਨ ਜਿਹੜਾ ਹੈ ਉਹ ਕਿੱਥੇ ਹੈਗਾ? what do I need to learn? ਕਿੱਥੇ ਮੈਨੂੰ more ਲੋੜ ਹੈ? we all know, ਹੈ ਨਾ, every single individual knows what our weak points are. that is for sure ਕਿ we all know ਕਿ ਜਦੋਂ ਅਸੀਂ ਜਾਣਦੇ ਹਾਂ, ਸਾਨੂੰ ਪਤਾ ਹੈ ਕਿ ਵੀ if I am weak in maths, then I will be spending more time in trying to attempt to learn more about math from teacher so that I can become better in the subject, ताकि मैनू अगे अपने नैक्सट टॉपिक्स दे विच या नैक्सट क्लास दे विच अपनी जर्नी दे विच प्रॉब्लम्स ना आन। सो सिमिलरली जदों if we all know if I am getting angry more than becoming greedy, nobody can tell us. It is very hard for somebody else to come and tell me that you are more angry than greedy. Okay, it's all, we know that okay, I am getting angry and annoyed with my brother and sister and my parents very regularly on very little things. I just get angry. If something doesn't go my way, I just get angry, or I get attached to things. It's very quick for me. I just buy something and now I am attached with it. I just can't stay without it. Or I have the desire to buy more and more and more things all the time. Every time I go out with my parents, I always feel like buying something new. Okay, I have this, now let's work on the next thing. We all know, and we have all learned in the previous sessions that this Gurbani says this is the problem of every single individual being. Sanu ਸਾਰਿਆਂ ਨੂੰ ਇਹ ਵਾਲੀ problems ਹੈਗੀਆਂ ਨੇ। we all may be struggling with them differently. ਸਾਡੇ ਕੋਲ ਕਿਸੇ ਨੂੰ anger ਜ਼ਿਆਦਾ, ਕਿਸੇ ਨੂੰ greed ਜ਼ਿਆਦਾ ਹੈ, ਕਿਸੇ ਨੂੰ attachment ਜ਼ਿਆਦਾ ਹੋ ਰਹੀ ਹੈ, ਕਿਸੇ ਨੂੰ desires ਜ਼ਿਆਦਾ ਹੋ ਰਹੀਆਂ ਨੇ। so we have to identify ਕਿ ਵੀ ਮੈਨੂੰ ਕਿਹੜੀ ਚੀਜ਼ ਜ਼ਿਆਦਾ ਤੰਗ ਕਰ ਰਹੀ ਹੈ। which thing is disturbing me the most? am I really getting angry all the time for no reason? maybe there is something, someone, my brother and sister have disturbed me, now I'm super angry with them. Is there any other way to manage the situation rather than just being angry? ये सारियां चीज़ां ने we have to identify. We need to spend time. Once we know, yes, this is a problem which I need to improve, फिर ਅਸੀਂ ਜਦੋਂ ਗੁਰਬਾਣੀ ਪੜਾਂਗੇ ਜਾਂ ਗੁਰਬਾਣੀ ਨੂੰ ਸੁਣਾਂਗੇ, ਜਦੋਂ ਵੀ ਗੁਰਦੁਆਰੇ ਜਾਵਾਂਗੇ, then we can learn from the Gurbani how I can control my problem ਜਿਹੜੀ ਮੇਰੇ ਕੋਲ ਇਸ ਵੇਲੇ bad voice ਹੈ। so with the bad voice which is disturbing me the most, am I really into that so much of desire? है ना, ਇਹ ਸਾਰੀਆਂ ਚੀਜ਼ਾਂ ਨੇ ਕਿ ਮੈਨੂੰ ਸਿੱਖਣੀਆਂ ਨੇ।
and if I spend more time to understand first, I can take the help of my parents. ਹੈ ਨਾ, ਉਹਨਾਂ ਨੂੰ ਪੁੱਛੋ ਕਿ okay, what do you think where I need to spend more time? If you are still struggling, can be okay, I can ask my parents, what do you think, what is my problem, take the feedback, है ना, ये सारियां चीज़ां is must, but we need to first understand what is the point which needs to be focused on the most. ਤਾਂ ਜਦੋਂ ਅਸੀਂ ਗੁਰਦੁਆਰੇ ਜਾਵਾਂਗੇ, ਗੁਰਦੁਆਰੇ ਸਾਨੂੰ ਗੁਰਬਾਣੀ ਜੇ ਸਿਖਾ ਰਹੀ ਹੈ, ਪੜ੍ਹ ਰਹੇ ਹਾਂ ਅਸੀਂ, ਭਾਈ ਸਾਹਿਬ ਪੜ੍ਹ ਰਹੇ ਹਾਂ, if we are listening or at home we are doing part, then we can focus on the Gurbani and then take the message from it. Yes, this is how Gurbani is telling me to improve on my anger. This is how Gurbani is telling me to improve on my attachment or desire or ego or greed. ठीक, ਇਹ ਸਾਰੀਆਂ ਚੀਜ਼ਾਂ is must. We have to first understand ਕਿ ਵੀ ਸਾਡਾ ਜਿਹੜਾ ਧਿਆਨ ਕਿੱਥੇ ਹੈ। ਜੇ ਅਸੀਂ ਗੁਰਦੁਆਰੇ ਜਾ ਰਹੇ ਹਾਂ, ਗੁਰਦੁਆਰੇ ਜਾ ਕੇ this is the reason of going to Gurdwara. We are trying to improve our behavior. We are trying to focus on how I can be a better individual being. ਜਦੋਂ ਅਸੀਂ ਸਕੂਲ ਜਾਂਦੇ ਹਾਂ, then we are going there to gain that knowledge which will help me then again in the life ਜਿਹੜਾ to become a better individual. So ਸਾਨੂੰ ਧਿਆਨ ਰੱਖਣਾ ਹੈ ਦੋਨੋਂ ਚੀਜ਼ਾਂ ਦਾ ਕਿ ਵੀ ਮੈਂ ਕਿੱਥੇ ਜਿੱਥੇ ਵੀ ਮੈਂ ਹੈਗਾ, I am in discipline and I am focused and I understand why I am here for, to get the answers. ਇਹ ਠੀਕ ਹੈ ਜੀ ਸਾਰੇ ਬੱਚਿਆਂ ਨੂੰ? ਕਨਫਿਊਜ਼ਿੰਗ ਤਾਂ ਨਹੀਂ ਹੋਇਆ? Just want to make sure ਕਿ this is not too heavy. ਸਮਝ ਆ ਗਈ ਜੀ ਸਾਰੇ ਬੱਚਿਆਂ ਨੂੰ ਇਹ ਗੱਲ? ਮੈਨੂੰ ਚੈਟ ਬਾਕਸ ਵਿੱਚ ਯੈਸ ਨੋ ਲਿਖ ਦੇਣਾ। ਹਾਂਜੀ ਠੀਕ ਹੈ ਜੀ, ਵੈਰੀ ਗੁੱਡ। ਹਾਂਜੀ ਠੀਕ ਹੈ, ਵੈਰੀ ਗੁੱਡ ਜੀ, ਥੈਂਕ ਯੂ ਜੀ ਸਾਰੇ ਬੱਚਿਆਂ ਦਾ। ਹਾਂਜੀ ਵੀਰ ਸਿੰਘ ਜੀ, ਤੁਸੀਂ ਹੈਂਡ ਰੇਜ਼ ਕੀਤਾ। ਮੈਂ ਬੋਲ ਰਿਹਾ ਸੀਗਾ ਕਿ ਨੈਕਸਟ ਸੰਡੇ ਮੈਂ ਕੋਈ ਹੋਰ ਸ਼ਬਦ ਡਿਫਰੈਂਟ ਸ਼ਬਦ ਪਾ ਸਕਦਾ ਕਿ ਜਾਗਤ ਜੋਤ ਕਰ ਸਕਦਾ? ਬੇਟੇ ਆਪਾਂ ਜਿਹੜਾ ਕਲਾਸ ਦੇ ਵਿੱਚ ਸ਼ਬਦ ਪੜ੍ਹਦੇ ਹਾਂ ਜਾਗਤ ਜੋਤ ਹੀ ਪੜ੍ਹਦੇ ਹਾਂ, ਲੇਕਿਨ ਟਰਮ ਬ੍ਰੇਕ ਤੋਂ ਬਾਅਦ ਵੀ ਕੈਨ ਟਰਾਈ ਟੂ ਕਮ ਅਪ ਵਿਦ ਡਿਫਰੈਂਟ ਸ਼ਬਦ ਜਿਹੜਾ ਫਿਰ ਆਪਾਂ ਸਾਰੇ ਬੱਚਿਆਂ ਨੂੰ ਕਵਾਂਗੇ ਪੜ੍ਹਨ ਵਾਸਤੇ, ਠੀਕ ਹੈ? ਬਟ ਫॉर ਨਾਓ ਲੈਟਸ ਫੋਕਸ ਔਨ ਵਨ ਸ਼ਬਦ। ਇਹ ਆਪਾਂ ਮੇਕ ਸ਼ੋਰ ਕਰਨਾ ਸਾਨੂੰ ਸਾਰੇ ਬੱਚਿਆਂ ਨੂੰ ਸ਼ਬਦ ਯਾਦ ਹੋ ਗਿਆ, ਕਿਉਂਕਿ ਤੁਹਾਨੂੰ ਤਾਂ ਸ਼ਬਦ ਹੋ ਗਿਆ ਯਾਦ, ਲੇਕਿਨ ਦੇਰ ਆਰ ਸਮ ਅਦਰ ਚਿਲਡਰਨ ਜਿਹੜੇ ਹਾਲੇ ਕੋਸ਼ਿਸ਼ ਕਰ ਰਹੇ ਨੇ ਸਿੱਖਣ ਦੀ। ਹਾਂਜੀ ਥੈਂਕ ਯੂ ਬੇਟੇ। ਠੀਕ ਹੈ ਜੀ, ਅਸੀਂ ਕੁਇਕਲੀ ਨੈਕਸਟ ਵਾਲਾ ਆਪਣਾ ਕਰ ਲੈਂਦੇ ਹਾਂ ਜੀ। ਹੁਣ ਦੇਖੋ ਜੀ, the next thing again ਕਿ ਵੀ we all know ਕਿ ਵੀ ਜੇ ਸਾਡੇ ਕੋਲ ਇੱਕ ਟੀਮ ਹੁੰਦੀ ਹੈ then there is a better chance we learn very quickly from each other, ਜਿਵੇਂ ਕਿ ਆਪਾਂ ਆਪਣੀ ਕਲਾਸ ਵਿੱਚ ਕਰਦੇ ਹਾਂ। ਹੁਣ ਇੱਥੇ ਕਲਾਸ ਵਿੱਚ ਆਪਾਂ ਹੁੰਦੇ ਹਾਂ, then there are lot of examples from all of us, and then we sometime may be struggling that okay, how to solve this, but some child here may tell us very quickly in 1 second, oh yes, I was struggling with this and this is what I did to solve it. So ਜਦੋਂ ਵੀ ਅਸੀਂ team environment ਵਿੱਚ ਹੁੰਦੇ ਹਾਂ, then there is better chance that we can learn very quickly. So ਸਕੂਲ ਵਿੱਚ ਵੀ ਇਦਾਂ ਹੀ ਹੁੰਦਾ ਹੈ, there is class ਜਿਹੜੀ ਹੈ ਉਹ ਇਕੱਠੀ learn ਕਰਦੀ ਹੈ। There are number of times when you go and help your other friends and other classmates, and there may be a time ਜਦੋਂ other ਤੁਹਾਡੇ ਜਿਹੜੇ classmates ਨੇ ਜਾਂ teachers ਨੇ ਉਹ ਆ ਕੇ ਤੁਹਾਡੀ help ਕਰਦੇ ਹਨ। So that is the purpose of a team, ਜਿਹੜਾ team environment ਜਿਹੜਾ ਹੁੰਦਾ ਸਾਡੇ ਕੋਲ। ਇਸੇ ਤਰ੍ਹਾਂ ਅਸੀਂ ਜਦੋਂ ਗੁਰਦੁਆਰੇ ਜਾਂਦੇ ਹਾਂ ਤਾਂ ਗੁਰਦੁਆਰੇ ਜਾ ਕੇ ਅਸੀਂ ਉੱਥੇ ਸਾਡੇ ਕੋਲ ਸੰਗਤ ਹੁੰਦੀ ਹੈ ਜਿਨ੍ਹਾਂ ਕੋਲੋਂ ਅਸੀਂ ਇਕੱਠੇ ਸਿੱਖਦੇ ਹਾਂ ਇੱਕ ਦੂਜੇ ਦੀ ਹੈਲਪ ਨਾਲ। ਪਰ ਅਸੀਂ ਤਾਂ ਹੀ ਸਿੱਖ ਸਕਦੇ ਹਾਂ ਜੇ ਸਾਨੂੰ ਪਤਾ ਹੋਏਗਾ what I am here for. So ਇਹ ਅਸੀਂ ਪਹਿਲਾਂ ਪੜ੍ਹ ਲਿਆ, ਸਮਝ ਲਿਆ। ਹੁਣ ਜੋ ਨੈਕਸਟ ਸਟੈਪ ਹੈਗਾ ਕਿ ਵੀ ਮੇਕ ਸ਼ੋਰ ਜਦੋਂ ਅਸੀਂ ਹੁਣ ਗੁਰਦੁਆਰੇ ਆ ਗਏ, the discussion we are having is regarding our behavior. ਜਦੋਂ ਅਸੀਂ ਸਕੂਲ ਚਲੇ ਗਏ, the discussion we are having about our education. ਇਹ ਆਪਾਂ ਧਿਆਨ ਕਰਨਾ ਹੈ, ਤਾਂ ਹੀ ਟੀਮ ਸਾਨੂੰ ਸਪੋਰਟ ਕਰ ਸਕਦੀ ਹੈ।
ਜਦੋਂ ਵੀ ਅਸੀਂ ਆਪਣੇ ਟੀਮ ਵਿੱਚ ਹੁੰਦੇ ਆ, ਸਪੋਜ਼ ਤੁਸੀਂ ਹੁਣ ਇੱਥੇ ਕਲਾਸ ਵਿੱਚ ਸਾਰੇ ਬੱਚੇ ਬੈਠੇ ਹੋਏ ਹੋ and we all start to talk about some different topic, but we have dedicated this 1 hour to learn how we can all become a better human being together. But ਜੇ ਆਪਾਂ ਇੱਥੇ ਮੈਂ ਕੁਝ ਇੰਟਰੋਡਿਊਸ ਕਰਦੇ ਆ which is not helpful towards the topic, then ਸਾਡਾ ਜਿਹੜਾ purpose of this 1 hour ਹੈ ਉਹ ਲੂਜ਼ ਹੋ ਜਾਏਗਾ। ਸੋ ਉਹਨੂੰ ਅਸੀਂ ਟੀਮ ਜਿਹੜੀ ਹੈ ਸਾਨੂੰ ਕਲੈਕਟਿਵਲੀ ਹੈਲਪ ਤਾਂ ਹੀ ਕਰ ਸਕਦੀ ਹੈ ਜੇ ਅਸੀਂ ਵੀ ਰਿਮੇਨ ਔਨ ਦਾ ਫੋਕਸ, ਰਿਮੇਨ ਔਨ ਦਾ ਟੌਪਿਕ। ਇੱਥੇ ਸਕੂਲ ਦੇ ਵਿੱਚ ਉਹਨੂੰ ਅਸੀਂ ਕਹਿ ਦਿੰਦੇ ਆ ਇੱਕ ਟੀਮ ਹੈਗੀ ਹੈ, ਇੱਕ ਕਲਾਸ ਹੈਗੀ ਹੈ, ਗੁਰਦੁਆਰੇ ਦੇ ਵਿੱਚ ਅਸੀਂ ਉਹਨੂੰ ਕਹਿੰਦੇ ਆ ਇਹ ਸੰਗਤ ਹੈਗੀ ਹੈ। ਇਹ ਸੰਗਤ ਇਹਨਾਂ ਦੀ ਸਪੋਰਟ ਦੇ ਨਾਲ ਵਿਦ ਐਵਰੀਬਡੀਜ਼ ਐਕਸਪੀਰੀਅੰਸ I will learn and I will become a better me. ਸਾਰੇ ਬੰਦਿਆਂ ਨੇ ਆਪਣੇ ਆਪਣੇ ਐਕਸਪੀਰੀਅੰਸ ਜਿਹੜੇ ਨੇ how they have been implementing Gurbani in their lives, that helps me as well. If I am struggling, if I am weak at some point, then I can also gain or seek the help from the Sangat. So collectively ਜਿਹੜੀ ਅਸੀਂ learn ਕਰਦੇ ਹਾਂ, ਜਦੋਂ ਵੀ ਕਿਸੇ ਵੀ team environment ਵਿੱਚ ਹੁੰਦੇ ਹਾਂ, there is a better chance that we can learn very quickly. So this is the purpose of us going to Gurdwara and seeking the help from the Sangat. ਹਾਂਜੀ ਇਕਦਾਤ ਕੌਰ ਜੀ, क्लास किदू एंड होएगी? ਤੁਸੀਂ ਬੋਰ ਹੋ ਗਏ ਬੇਟੇ? नहीं। अच्छा, फिर 1 मिनट और रह गया जी। ठीक है, मैं सोचा 1 आवर। हाँ जी ਠੀਕ ਹੈ ਜੀ। ਹਾਂਜੀ ਆਈ ਥਿੰਕ ਠੀਕ ਹੈ, ਆਪਾਂ ਕਾਫੀ ਅੱਜ ਕਵਰ ਕਰ ਲਿਆ ਹੈ ਤੇ ਇਹ ਮੇਨ ਚੀਜ਼ਾਂ ਨੇ ਜਿਹੜੀਆਂ 3 ਥਿੰਗਸ ਜਿਹੜੀਆਂ ਆਪਾਂ ਅੱਜ ਕੀਤੀਆਂ ਨੇ। ਫਸਟ ਥਿੰਗ ਇਜ਼ ਵੀ ਹੈਵ ਟੂ ਰਿਮੇਨ ਇਨ ਡਿਸਪਲਿਨ। Second things, we have to make sure that we are focused, and then we understand that okay, if we work as a team, then I can learn quicker and faster to improve on my behavior. At Gurdwara we call this team a Sangat, in school we call them jehda apni class or team. Hanji quickly apna Amber Kaur ji। Hanji, what's a home learning? hanji What's a homework? homework bete main last week ਵੀ ਕਹਿ ਸਕਿਆ ਆਪਾਂ ਨਾ we are trying not to give you any homework at this stage, but the homework ਜਿਹੜਾ ਹੈ you try to continue to ਜਿਹੜਾ ਆਪਣੀ good voice and bad voice ਵਾਲਾ homework ਹੈਗਾ ਉਹਨੂੰ ਕਰੋ। and ਜਿਹੜੇ ਵੀ ਆਪਾਂ learn ਕਰ ਰਹੇ ਹਾਂ ਚੀਜ਼ਾਂ, ਜਿਵੇਂ ਹੁਣ ਅਸੀਂ learn ਕੀਤਾ discipline, ਆਪਾਂ ਕੀਤਾ focus, and now we've done the team environment. You try to see, are you able to connect with these things during your visit to school or during your visit to Gurdwara during the next week? ठीक है, अपने आप नो remind कराना है कि भी okay, yes, we have learned this. What are the benefits of remaining or being a disciplined student or a disciplined Sangat member at Gurdwara? How I can help others and how I can seek help from others. How I can remain focused at school and how I can remain focused at Gurdwara. So ਇਹ ਸਾਰੀਆਂ ਚੀਜ਼ਾਂ ਨੇ ਜੋ ਆਪਾਂ ਸਿੱਖ ਰਹੇ ਹਾਂ। Try to use this in your daily lives. ਤੇ this is your homework. Hanji. And then if you struggle with anything, please let us know. We will try to help you. Any other questions ਜੀ ਹੋਰ ਕਿਸੇ ਨੂੰ? ਠੀਕ ਹੈ ਜੀ, ਫਿਰ ਆਪਣਾ ਅੱਜ ਟਾਈਮ ਹੋ ਗਿਆ, ਆਪਾਂ ਹੁਣ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ